ਕਨੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਲੋਅਰ ਮੇਨਲੈਂਡ 'ਚ ਐਂਟੀ ਗੈਂਗ ਪੁਲਿਸ ਏਜੰਸੀ ਨੇ 11 ਲੋਕਾਂ ਬਾਰੇ ਦਿੱਤੀ ਚੇਤਾਵਨੀ। BC 'ਚ ਕੋਵਿਡ-19 ਦੇ 411 ਹੋਰ ਮਾਮਲੇ ਤੇ 2 ਮੌਤਾਂ ਹੋਈਆਂ ਰਿਪੋਰਟ। ਐਕਟਿਵ ਮਾਮਲੇ ਆਏ 5000 ਤੋਂ ਹੇਠ। ਪ੍ਰੀਮੀਅਰ ਜੌਨ ਹੌਰਗਨ ਨੇ ਟੂਰਿਜ਼ਮ ਸੈਕਟਰ ਲਈ $50 ਮਿਲੀਅਨ ਦੀ ਮਦਦ ਦਾ ਕੀਤਾ ਐਲਾਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੇਜਰ ਜਨਰਲ ਡੈਨੀ ਫੋਰਟੈਨ ਤੇ ਤੋੜੀ ਚੁੱਪੀ। ਕਿਹਾ ਜਾਂਚ ਬਾਰੇ ਮਿਲਟਰੀ ਨੇ ਦੱਸਿਆ ਸੀ ਪਰ ਵੇਰਵੇ ਨਹੀਂ ਕੀਤੇ ਸਾਂਝੇ। ਚੱਕਰਵਾਤੀ ਤੂਫਾਨ ਤਾਊ ਤੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਭਾਰਤ ਦੇ ਪ੍ਰਧਾਨ ਮੰਤਰੀ। ਬੁੱਧਵਾਰ ਨੂੰ ਹੋਵੇਗਾ ਗੁਜਰਾਤ ਦਾ ਹਵਾਈ ਦੌਰਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC ਵਿੱਚ ਲਗਾਤਾਰ 2 ਦਿਨਾਂ 'ਚ ਦੂਜੀ ਵਾਰ ਇੱਕ ਪੁਲਿਸ ਏਜੰਸੀ ਨੇ ਗੈਂਗ ਹਿੰਸਾ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ 11 ਕਥਿਤ ਗੈਂਗਸਟਰਾਂ ਬਾਰੇ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦੇ ਤਾਰ ਲੋਅਰ ਮੇਨਲੈਂਡ 'ਚ ਜਾਰੀ ਗੈਂਗ ਹਿੰਸਾ ਨਾਲ ਜੁੜੇ ਦੱਸੇ ਜਾ ਰਹੇ ਹੈ। ਇਹਨਾਂ ਦੀ ਉਮਰ 21 ਤੋਂ 40 ਸਾਲ ਦੇ ਦਰਮਿਆਨ ਦੀ ਹੈ। ਸਪੈਸ਼ਲ ਐਨਫੋਰਸਮੈਂਟ ਯੂਨਿਟ ਦੇ ਮੁਖੀ ਮੈਨੀ ਮਾਨ ਦਾ ਕਹਿਣਾ ਹੈ ਕਿ ਚੇਤਾਵਨੀ ਦੇਣ ਦੇ ਨਾਲ ਹੀ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਤਰ੍ਹਾਂ ਕੁਝ ਲੋਕਾਂ ਦੀਆਂ ਤਸਵੀਰਾਂ ਅਤੇ ਨਾਮ ਸਾਂਝੇ ਕੀਤੇ ਜਾ ਰਹੇ ਹੈ। ਵੈਨਕੂਵਰ ਪੁਲਿਸ ਨੇ ਬੀਤੇ ਕੱਲ੍ਹ 6 ਕਥਿਤ ਗੈਂਗਸਟਰਾਂ ਦੀਆਂ ਤਸਵੀਰਾਂ ਤੇ ਨਾਮ ਸਾਂਝੇ ਕੀਤੇ ਸੀ। ਇਸ ਚੇਤਾਵਨੀ ਵਿੱਚ 3 ਅਜਿਹੇ ਲੋਕਾਂ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਵੈਨਕੂਵਰ ਪੁਲਿਸ ਨੇ ਵੀ ਸਾਂਝੇ ਕੀਤੇ ਸਨ। ਯੂਨਿਟ ਦਾ ਕਹਿਣਾ ਹੈ ਕਿ 11 ਲੋਕ ਆਉਂਦੇ ਸਮੇਂ 'ਚ ਹਿੰਸਾ ਦਾ ਨਿਸ਼ਾਨਾ ਬਣ ਸਕਦੇ ਹਨ ਅਤੇ ਉਹਨਾਂ ਦੇ ਕੋਲ ਖੜੇ ਲੋਕਾਂ ਲਈ ਵੀ ਖਤਰਾ ਹੋ ਸਕਦਾ ਹੈ। ਜਿਹੜੇ ਲੋਕਾਂ ਦੇ ਨਾਮ ਜਾਰੀ ਕੀਤੇ ਗਏ ਹੈ ਉਸ 'ਚ 26 ਸਾਲਾ ਸ਼ਕੀਲ ਬਸਰਾ, 26 ਸਾਲਾ ਐਲਬਰਟ ਡਾਰੀਓ, 37 ਸਾਲਾ ਬਰਿੰਦਰ ਧਾਲੀਵਾਲ, 27 ਸਾਲਾ ਮਨਿੰਦਰ ਧਾਲੀਵਾਲ, 28 ਸਾਲਾ ਸਮਰੂਪ ਗਿੱਲ, 27 ਸਾਲਾ ਸਮਦੀਸ਼ ਗਿੱਲ, 40 ਸਾਲਾ ਡੇਮੀਅਨ ਰਾਇਨ, 26 ਸਾਲਾ ਅਮਰਪ੍ਰੀਤ ਸਮਰਾ, 34 ਸਾਲਾ ਰਵਿੰਦਰ ਸਮਰਾ, 28 ਸਾਲਾ ਜੋਜ਼ਫ ਵਿਟਕੌਕ ਅਤੇ 21 ਸਾਲਾ ਮਿਨਜ਼ਿਨ ਦੇ ਨਾਮ ਸ਼ਾਮਲ ਹਨ। BC 'ਚ ਅੱਜ ਕੋਵਿਡ-19 ਦੇ 411 ਮਾਮਲੇ ਰਿਪੋਰਟ ਹੋਏ ਹੈ। ਦੁੱਖ ਦੀ ਗੱਲ ਸੀ ਕਿ 2 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,40,075 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1650 ਤੱਕ ਪਹੁੰਚ ਗਈ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 5000 ਤੋਂ ਹੇਠ ਆ ਗਏ ਹੈ। ਅੱਜ ਦੀ ਅਪਡੇਟ ਵਿੱਚ ਦੱਸਿਆ ਗਿਆ ਕਿ ਸੂਬੇ 'ਚ ਐਕਟਿਵ ਮਾਮਲਿਆਂ ਦੀ ਗਿਣਤੀ 4890 ਤੱਕ ਪਹੁੰਚ ਗਈ ਹੈ। ਕੁੱਲ 360 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 127 ਨੂੰ ICU 'ਚ ਰੱਖਿਆ ਗਿਆ। BC 'ਚ ਵੈਕਸੀਨ ਦੀਆਂ ਕੁੱਲ 25,66,336 ਖੁਰਾਕਾਂ ਪ੍ਰਦਾਨ ਹੋ ਚੁੱਕੀ ਹੈ। BC ਕੋਰੋਨਰ ਸਰਵਿਸ ਵੱਲੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਹੈ ਅਤੇ ਦੱਸਿਆ ਗਿਆ ਕਿ ਪੈਂਡੈਮਿਕ ਦਰਮਿਆਨ ਸੂਬੇ 'ਚ ਖੁਦਕੁਸ਼ੀਆਂ ਕਾਰਨ ਹੋਣ ਵਾਲੀਆਂ ਮੌਤਾਂ 'ਚ ਵਾਧਾ ਨਹੀਂ ਹੋਇਆ। ਦੱਸਿਆ ਗਿਆ ਕਿ ਅਪ੍ਰੈਲ 2020 ਤੋਂ ਫਰਵਰੀ 2021 ਵਿਚਾਲੇ ਸੂਬੇ 'ਚ ਖੁਦਕੁਸ਼ੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 534 ਦੀ ਰਹੀ। ਇਸ ਨੂੰ ਅਪ੍ਰੈਲ 2019 ਤੋਂ ਫਰਵਰੀ 2020 ਦੇ ਅੰਕੜੇ ਮੁਕਾਬਲੇ 12% ਘੱਟ ਦੱਸਿਆ ਗਿਆ। ਸਾਲ 2020 'ਚ ਕੁੱਲ 609 ਖੁਦਕੁਸ਼ੀ ਸੰਬੰਧਤ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਦੀ ਪ੍ਰਤੀ ਮਹੀਨਾ ਦੀ ਔਸਤ 51 ਦੀ ਬਣਦੀ ਹੈ। ਇਸ ਸਾਲ ਜਨਵਰੀ ਤੇ ਫਰਵਰੀ ਦੇ ਮਹੀਨੇ 'ਚ ਰਿਪੋਰਟ ਹੋਈਆਂ ਮੌਤਾਂ ਦੀ ਗਿਣਤੀ 98 ਦੱਸੀ ਗਈ ਹੈ। ਸਾਲ 2019 'ਚ ਖੁਦਕੁਸ਼ੀਆਂ ਸੰਬੰਧੀ 652 ਮੌਤਾਂ ਰਿਪੋਰਟ ਹੋਈਆਂ ਸਨ। ਸੂਬੇ ਦੀਆਂ 5 ਹੈਲਥ ਅਥਾਰਟੀਆਂ ਵਿੱਚੋਂ 3 ਹੈਲਥ ਅਥਾਰਟੀਆਂ 'ਚ ਅਪ੍ਰੈਲ 2020 ਤੋਂ ਫਰਵਰੀ 2021 ਦੇ ਵਿਚਾਲੇ ਅਪ੍ਰੈਲ 2019 ਤੋਂ ਫਰਵਰੀ 2020 ਦੇ ਮੁਕਾਬਲੇ ਰਿਪੋਰਟ ਹੋਈਆਂ ਮੌਤਾਂ ਦੀ ਗਿਣਤੀ ਘੱਟ ਦੱਸੀ ਗਈ ਹੈ। BC ਦੇ ਟੂਰਿਜ਼ਮ ਖੇਤਰ ਨੂੰ ਮਦਦ ਪ੍ਰਦਾਨ ਕਰਨ ਦੇ ਲਈ BC ਮੇਜਰ ਐਂਕਰ ਅਟਰੈਕਸ਼ਨਸ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ $50 ਮਿਲੀਅਨ ਤੱਕ ਦੀ ਮਦਦ ਪ੍ਰਦਾਨ ਕੀਤੀ ਜਾਵੇਗੀ। ਇਸ ਦਾ ਐਲਾਨ ਅੱਜ ਸੂਬੇ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕੀਤਾ। ਸੂਬੇ ਦਾ ਕਹਿਣਾ ਹੈ ਕਿ ਗ੍ਰਾਂਟ ਹੋਵੇਗੀ ਤੇ ਇਸ ਨੂੰ ਲੋਨ ਨਾ ਸਮਝਿਆ ਜਾਵੇ। ਇਸ 'ਚ ਟੂਰ ਬੱਸ ਆਪਰੇਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦੇ ਲਈ ਐਲੀਜੀਬਲ ਅਟਰੈਕਸ਼ਨਸ ਵਿੱਚ ਉਹ ਅਰਬਨ ਸੈਂਟਰ ਸ਼ਾਮਲ ਹੋਣਗੇ ਜਿੱਥੇ ਸਾਲਾਨਾ 75,000 ਤੋਂ ਵਧੇਰੇ ਯਾਤਰੀ ਪਹੁੰਚ ਕਰਦੇ ਹਨ। ਇਹਨਾਂ ਦੇ ਲਈ $1 ਮਿਲੀਅਨ ਦੀ ਰਾਸ਼ੀ ਪ੍ਰਦਾਨ ਹੋਵੇਗੀ। ਇਸ ਤੋਂ ਇਲਾਵਾ ਉਹ ਪੇਂਡੂ ਇਲਾਕੇ ਜਿੱਥੇ ਸਾਲਾਨਾ 15,000 ਤੋਂ ਵਧੇਰੇ ਯਾਤਰੀ ਪਹੁੰਚ ਕਰਦੇ ਹਨ, ਉਹਨਾਂ ਨੂੰ $5 ਲੱਖ ਦੀ ਰਾਸ਼ੀ ਉਪਲਬਧ ਹੋਵੇਗੀ। ਇਹ ਪੈਸਾ ਜੁਲਾਈ 2021 ਤੱਕ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਸੂਬੇ ਦਾ ਕੋਵਿਡ-19 ਰੀਓਪਨਿੰਗ ਪਲਾਨ
ਅਗਲੇ ਹਫ਼ਤੇ ਸਾਂਝਾ ਕੀਤਾ ਜਾਵੇਗਾ। The new BC Major Anchor Attractions program will provide a total of up to $50 million to sites right across British Columbia. And that will include, of course, tour bus operators who will be eligible because they bring people to many of these attractions. BC ਦੇ ਪਬਲਿਕ ਸੇਫਟੀ ਮੰਤਰੀ ਤੇ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ ਦਾ ਕਹਿਣਾ ਹੈ ਕਿ ਮਾਸਕ ਦੀ ਵਰਤੋਂ ਸੰਬੰਧੀ ਕੁਝ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫਿਟਨੈਸ ਦੀਆਂ ਥਾਵਾਂ ਤੇ ਮਾਸਕ ਪਹਿਨ ਕੇ ਰੱਖਣਾ ਜ਼ਰੂਰੀ ਬਣਾ ਦਿੱਤਾ ਗਿਆ ਹੈ। ਹੁਣ ਫਿਟਨੈਸ ਦੀਆਂ ਥਾਵਾਂ ਤੇ ਹਰ ਵੇਲੇ ਮਾਸਕ ਪਹਿਨ ਕੇ ਰੱਖਣਾ ਹੋਵੇਗਾ। ਇਸ ਦਾ ਅਰਥ ਹੈ ਕਿ ਵਰਕਆਊਟ ਕਰਨ ਮੌਕੇ ਵੀ ਮਾਸਕ ਪਹਿਨ ਕੇ ਰੱਖਣਾ ਹੋਵੇਗਾ। ਅਜਿਹਾ ਕਰਦੇ ਹੋਏ ਮੈਡੀਕਲ ਜਾਂ ਨਾਨ ਮੈਡੀਕਲ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੇ ਮੌਕੇ ਫੇਸ ਸ਼ੀਲਡ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਹ ਵੀ ਦੱਸਿਆ ਗਿਆ ਕਿ ਮਾਸਕ ਨਾ ਪਹਿਨੇ ਹੋਣ ਤੇ $230 ਦਾ ਜੁਰਮਾਨਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਵੈਕਸੀਨ ਦੇ ਮੁਖੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਤੇ ਹੁਣ ਜਾਂਚ ਦੇ ਚੱਲਦਿਆਂ ਜ਼ਿੰਮੇਵਾਰੀ ਤੋਂ ਹਟਾਏ ਜਾ ਚੁੱਕੇ ਮੇਜਰ ਜਨਰਲ ਡੈਨੀ ਫੋਰਟੈਨ ਬਾਰੇ ਗੱਲਬਾਤ ਕੀਤੀ ਹੈ। ਟਰੂਡੋ ਨੂੰ ਅੱਜ ਸਵਾਲ ਹੋਏ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਜਾਂਚ ਦੇ ਬਹੁਤੇ ਵੇਰਵਿਆਂ ਬਾਰੇ ਨਹੀਂ ਦੱਸਿਆ ਗਿਆ। ਹਾਲਾਂਕਿ ਉਹਨਾਂ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਇਸ ਬਾਰੇ ਮਿਲਟਰੀ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਜ਼ਰੂਰ ਸੀ। ਬੀਤੇ ਸ਼ੁੱਕਰਵਾਰ ਨੂੰ ਫੋਰਟੈਨ ਨੂੰ ਵੈਕਸੀਨ ਰੋਲ ਆਊਟ ਕੈਂਪੇਨ ਸੰਬੰਧੀ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੀਤੇ ਕੱਲ੍ਹ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਐਲਾਨ ਕੀਤਾ ਕਿ ਫੋਰਟੈਨ ਵੱਲੋਂ ਸੰਭੀਆਂ ਜਾ ਰਹੀਆਂ ਜ਼ਿੰਮੇਵਾਰੀਆਂ ਹੁਣ ਬ੍ਰਿਗੇਡੀਅਰ ਜਨਰਲ ਕ੍ਰਿਸਟਾ ਬਰੋਡੀ ਨੂੰ ਸੌਂਪੀਆਂ ਜਾ ਰਹੀਆਂ ਹਨ। In regards to this situation, it is being led and followed up appropriately by appropriate authorities and military leadership. In situations like this, those authorities can make a determination to inform me in my office, which they did in this case a number of weeks ago. However, because, as is appropriate, I didn't receive details of what is being alleged and what's going on in terms of the investigation, it would be inappropriate for me to comment on that investigation. ਇਜ਼ਰਾਈਲ ਅਤੇ ਪੈਲਸਤੀਨ ਵਿਚਾਲੇ ਜਾਰੀ ਤਣਾਅ ਅਤੇ ਹਮਲਿਆਂ ਤੇ ਕੈਨੇਡਾ ਨੇ ਸੀਜ਼ਫਾਇਰ ਦੀ ਅਪੀਲ ਕੀਤੀ ਹੈ। ਕਰੀਬ 2 ਹਫ਼ਤਿਆਂ ਤੋਂ ਜਾਰੀ ਇਨ੍ਹਾਂ ਹਮਲਿਆਂ ਤੇ ਕੈਨੇਡਾ ਨੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਕਿ ਇਸ ਹਿੰਸਾ ਦਾ ਅੰਤ ਹੋਣਾ ਜ਼ਰੂਰੀ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਕਮਿਊਨਿਟੀ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਇਸ ਸਥਿਤੀ ਨੂੰ ਡੀ-ਐਸਕੇਲੇਟ ਕੀਤਾ ਜਾ ਸਕੇ, ਤਾਂ ਜੋ ਹੋਰ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਹੁਣ ਤੱਕ ਇਸ ਹਿੰਸਾ 'ਚ ਘੱਟੋ-ਘੱਟ 212 ਪੈਲਸਤੀਨੀ ਲੋਕਾਂ ਅਤੇ 12 ਇਜ਼ਰਾਈਲੀ ਲੋਕਾਂ ਦੀ ਮੌਤ ਹੋ ਜਾਣ ਦੀਆਂ ਖਬਰਾਂ ਹਨ। ਯਾਦ ਰਹੇ ਬੀਤੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ ਸੀ ਤੇ ਇਸ ਦੌਰਾਨ ਉਹਨਾਂ ਵੀ ਸੀਜ਼ਫਾਇਰ ਦੀ ਅਪੀਲ ਕੀਤੀ ਸੀ। Our hearts go out to Israelis and Palestinians for the violence that is surrounding them right now. We've all seen the tragic images, families, innocents, kids affected. It needs to stop. That's why Canada is calling for a ceasefire. That is why we will work with the international community to de-escalate the situation and to move forward so that there is no more loss of civilian life. ਕੈਨੇਡਾ 'ਚ COVID-19 ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 25,000 ਦਾ ਅੰਕੜਾ ਪਾਰ ਕਰ ਗਈ ਹੈ। ਅੱਜ ਓਨਟਾਰੀਓ ਵੱਲੋਂ COVID-19 ਸੰਬੰਧੀ ਅੰਕੜੇ ਸਾਂਝੇ ਕਰਨ ਮੌਕੇ ਜਦ 17 ਮੌਤਾਂ ਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਦੇ ਨਾਲ ਹੀ ਦੇਸ਼ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 25,000 ਦਾ ਮੰਦਭਾਗਾ ਅੰਕੜਾ ਪਾਰ ਕਰ ਗਈ। ਯਾਦ ਰਹੇ ਕੈਨੇਡਾ 'ਚ ਇਸ ਵਾਇਰਸ ਕਾਰਨ ਕਿਸੇ ਮੌਤ ਦਾ ਪਹਿਲਾ ਮਾਮਲਾ ਬੀਤੇ ਸਾਲ 9 ਮਾਰਚ ਨੂੰ ਰਿਪੋਰਟ ਹੋਇਆ ਸੀ। ਕੈਨੇਡਾ ਨੇ ਇਸ ਸਾਲ ਜਨਵਰੀ 'ਚ ਵਾਇਰਸ ਸੰਬੰਧੀ ਮੌਤਾਂ ਦੀ 20,000 ਦੀ ਗਿਣਤੀ ਪਾਰ ਕੀਤੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਚੱਕਰਵਾਤੀ ਤੂਫਾਨ ਤਾਊਤੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੁਜਰਾਤ ਦਾ ਦੌਰਾ ਕਰਨਗੇ। ਉਹ ਸਵੇਰੇ 9:30 ਵਜੇ ਦਿੱਲੀ ਤੋਂ ਰਵਾਨਾ ਹੋਣਗੇ ਤੇ ਭਾਵਨਗਰ ਪਹੁੰਚਣਗੇ। ਇਸ ਤੋਂ ਬਾਅਦ ਉਹ ਉਨਾ, ਦਿਓ, ਜ਼ਫਰਾਬਾਦ ਤੇ ਮਹੂਆ ਦਾ ਹਵਾਈ ਸਰਵੇਖਣ ਕਰਨਗੇ। ਉੱਥੋਂ ਵਾਪਸ ਆ ਕੇ ਅਹਿਮਦਾਬਾਦ ਵਿੱਚ ਇੱਕ ਸਮੀਖਿਆ ਬੈਠਕ ਵੀ ਕੀਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਵਿੱਚ ਚੱਕਰਵਾਤੀ ਤਾਊਤੇ ਨਾਲ ਜੁੜੀਆਂ ਘਟਨਾਵਾਂ ਵਿੱਚ ਘੱਟੋ-ਘੱਟ 7 ਲੋਕਾਂ ਦੀ ਜਾਨ ਚਲੀ ਗਈ ਹੈ। ਨਾਲ ਹੀ ਤਣਾਅ ਕਾਰਨ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ। ਬਿਜਲੀ ਦੇ ਖੰਭੇ ਅਤੇ ਦਰੱਖਤ ਉਖੜ ਗਏ ਹਨ। ਕਈ ਘਰਾਂ ਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ।
ਇਸ ਤੋਂ ਪਹਿਲਾਂ ਇਸੇ ਤੂਫਾਨ ਕਾਰਨ ਭਾਰਤ ਦੇ ਕਈ ਹੋਰ ਸੂਬਿਆਂ 'ਚ ਵੀ ਕਹਿਰ ਬਰਪਿਆ ਸੀ।